यार खड़ जो दिल दियां गहराइयां चो उस शख्स नूं, उस इंसान नूं, उस चानन मुनारे नूं, उस लाइट हाउस नूं बधाई है जिन्हें लोकां दी इलाके दी निष्काम सेवा की। अपने जन्मदिन ते सानू ये हुंदा है कि असी आप दा केक कटना ते सानू की मिलना, मगर ये इंसान वो है जिन्हें आप दे जन्मदिन ते परमात्मा दा ओट आसरा आशीर्वाद लैके सब सांझी वालता दा उपदेश दे के कई धियां भैणां दा, बाप दा, मां दा, जिन्हां लोड़वंद परिवारां दा आसरे दा ये रोल अदा करदे। आपां इन्नी वड्डी गिनती च आए हैं, जे असीं अंदर झाती मारीए तो शायद साडे चों एक अद्धा जी होना जो ये सोच नूं लैके चलिया। साडे सब च मैं व्हाट कैन आई डू फॉर माई सैल्फ, इट्स अबाउट मी। मगर ये पंडित जी ने अपने इस दिन नूं, जिस दिन ते उन्हां दा जन्म होया, इस धरती ते आए, जिहड़ा आपां कहंदे ना गिव बैक टू द सोसाइटी, वो जिम्मेवारी नूं बखूबी और बहुत ही सुंदर तरीके नाल निभा रहे हैं। इसलिए असीं तुसीं वेखिया हर वर्ग तो, हर जगह तो, हर शहर तो, हर संस्था तो, हर धर्म नाल, हर किते नाल संबंधित सधारण तो सधारण, तगड़े तो तगड़ा पंडित जी नूं बधाई देण वास्ते आया। और ये पंजाब है, ये पंजाब की खूबसूरती है कि ये सदा बनी रहे, ये महका दूर दूर तक जांदियां रहन। बहुत बहुत इन्होंने बधाई। और जो आशीर्वाद इन्होंने दिता मैनू, मैनू मेरा रब मिल गया, मैनू मेरा सब सिद्धू साहब बिन बुलाए मेहमान इत्थे पहुंचे ने। हां जी, बिन बुलाए मेहमान इत्थे पहुंचे नवजोत सिंह सिद्धू। ऐसा कुछ नहीं है, देखो क्या जा रहा विचों क्या जा रहा, दो तीन देखो कौन बिन बुलाए पहुंचा, कौन किवें पहुंचा, मैं उहदे बारे टिप्पणी नहीं करनी, ਉਹਦੇ ਬਾਰੇ मैं कोई गल नहीं कहनी। उन्होंने जो परमात्मा समाप्ति बख्शे। ਅੱਜ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਦੇ ਫੈਸਲੇ ਤੇ ਅੱਜ ਸਵਾਲੀਆ ਨਿਸ਼ਾਨ ਚੱਕਿਆ ਹੈ। ਇਹ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਾਡੇ ਨਾਲੋਂ ਕਿਤੇ ਜ਼ਿਆਦਾ ਅਮੀਰ ਹੈ, ਜਿਸ ਨੂੰ ਗਰੀਬ ਕਿਹਾ ਜਾ ਰਿਹਾ ਹੈ। ਰਾਹੁਲ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ। मैं धन्नवादी हाँ बीबी जी का। मैं तो पहला तो कह रहा कि चन्नी एक गरीब का मुखौटा है, जिहदे घर तो 10 करोड़ कैश लभे, 12 लाख की घड़ी लभे, 50 करोड़ की प्रॉपर्टी लभे, ते जे सही कार्रवाई हो जाए 500 करोड़ की अचल जायदाद, इल गॉटन वैल्थ ਉਹਦੇ ਤੋਂ ਲੱਭੂਗੀ। ਤੇ ਜੇ ਹੁਣ ਮੈਂ ਤਾਂ ਇਹ ਬੇਨਤੀ ਕਰਦਾ ਰਾਹੁਲ ਗਾਂਧੀ ਜੀ ਨੂੰ ਕਿ ਜੇ ਪੰਜਾਬ ਦੀ ਤੇ ਦੇਸ਼ ਦੀ ਗਰੀਬੀ ਹਟਾਉਣੀ ਆ, ਹਰੇਕ ਨੂੰ ਚੰਨੀ ਜੀ ਵਰਗਾ ਬਣਾ ਦਿਓ ਤੇ ਰੌਲਾ ਹੀ ਮੁੱਕੇ ਕੁੱਲੀ ਗੁੱਲੀ ਤੇ ਜੁੱਲੀ ਦਾ। ਇਹ ਜਿਹਾ ਗਰੀਬ ਪ੍ਰਮਾਤਮਾ ਸਭ ਨੂੰ ਬਣਾਵੇ ਜਿਹਦੇ ਘਰੋਂ 15-15 ਲੱਖ ਦੀ ਘੜੀ ਲੱਭੇ ਤੇ 10 ਕਰੋੜ ਕੈਸ਼ ਲੱਭੇ। ਇਸ ਲਈ ਇਹ ਇੱਕ ਝੂਠ ਇਹ ਚੱਲਦਾ ਨਹੀਂ। ਲੋਕ ਬੜੇ ਸਿਆਣੇ ਆ, ਲੋਕਾਂ ਦੇ ਕੰਨ ਵੀ ਖੁੱਲੇ ਆ ਤੇ ਅੱਖਾਂ ਵੀ ਖੁੱਲੀਆਂ ਨੇ। ਕੌਣ ਕੀ ਕਹਿੰਦਾ ਉਹਦਾ ਮਤਲਬ ਚੰਨੀ ਦੇ ਭਤੀਜੇ ਨੇ ਤਾਂ ਇੱਕ ਪਾਸੇ ਜਿਹੜਾ ਸੀਐਮ ਚਿਹਰਾ ਐਲਾਨਿਆ ਉਹਨਾਂ ਨੇ ਨਵਜੋਤ ਕਰਕੇ ਫੈਸਲਾ ਗਲਤ, ਸਿੱਧੂ ਬੈਟਰ ਫੇਸ ਹੋਣਾ ਸੀ। ਚਲੋ ਬੀਬੀ ਜੀ ਨੂੰ ਇਹ ਬੇਨਤੀ ਕਰੋ ਕਿ ਹੁਣ ਸਿੱਧੂ ਦਾ ਫੇਸ ਛੱਡਣ, ਆਪਦੇ ਛੋਟੇ ਭਰਾ ਦਾ ਫਿਕਰ ਕਰਨ। ਸਿੱਧੂ ਤਾਂ ਫੇਸ ਹੀ ਨਹੀਂ ਰਿਹਾ। ਪਹਿਲਾਂ ਤਾਂ ਕਹਿੰਦਾ ਸੀ ਨਾ ਮੈਂ ਅਰਬੀ ਘੋੜਾ, ਮੈਂ ਦਰਸ਼ਨੀ ਨਹੀਂ ਆ। ਰਾਹੁਲ ਨੇ ਹੁਣ ਦਰਸ਼ਨੀ ਬਣਾਤਾ, 20 ਤੋਂ ਬਾਅਦ ਦਰਸ਼ਨੀ ਵੀ ਨਹੀਂ ਰਹਿਣਾ ਇਹਨੇ। ਲੋਕਾਂ ਨੇ ਦਰਸ਼ਨ ਕਰਨ ਵੀ ਨਹੀਂ ਜਾਣਾ ਜੋ ਹਾਲਾਤ ਬਣ ਗਏ। ਇਸ ਲਈ ਬੀਬੀ ਜੀ ਓਬਵੀਅਸਲੀ ਮਨ 'ਚ ਜੋ ਮੈਂ ਗੱਲ ਕਹਿ ਰਿਹਾ, ਅਸੀਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੀ ਉਹ ਦੁੱਖ ਉਹ ਮਲਾਲ, ਕਿਉਂਕਿ ਉਹਨਾਂ ਦੀ ਲੜਾਈ ਕੁਰਸੀ ਤੱਕ ਹੈ, ਲੋਕਾਂ ਦੇ ਭਲੇ ਤੱਕ ਨਹੀਂ ਹੈ। ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ, ਖੁਸ਼ ਰੱਖੇ। ਚੰਨੀ ਦੇ ਭਤੀਜੇ ਚੰਨੀ ਇਸ ਫੈਸਲੇ ਤੇ ਇਤਰਾਜ਼ ਨਹੀਂ ਜਤਾ ਰਹੇ। ਉਹ ਕਹਿ ਰਹੇ ਜੋ ਹਾਈ ਕਮਾਂਡ ਦਾ ਫੈਸਲਾ ਮੈਨੂੰ ਮਨਜ਼ੂਰ ਹੈ, ਪਰ ਨਵਜੋਤ ਕੌਰ ਸਿੱਧੂ ਅੱਜ ਇਤਰਾਜ਼ ਜਤਾ ਰਹੀ ਹੈ। ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਜੋ ਕਹਿਣਾ ਹੁੰਦਾ ਹੈ ਉਹ ਆਪਣੀ ਧਰਮ ਪਤਨੀ ਤੋਂ ਕਹਾਉਂਦੇ। ਮੇਰਾ ਆਪ ਦਾ ਤਜਰਬਾ ਹੈ ਪਰ ਤੁਸੀਂ ਮੇਰੇ ਤਜਰਬਿਆਂ ਨਾਲ ਸਹਿਮਤ ਰਹੇ ਹੋ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਚੰਨੀ ਨੂੰ ਲਾਣਾ ਉਹਨੇ। ਅੱਜ ਵੀ ਮੈਂ ਤੁਹਾਨੂੰ ਆਪਦੇ ਤਜਰਬੇ ਨਾਲ ਕਹਿ ਰਿਹਾ, ਜੋ ਬੀਬੀ ਕਹਿਣ ਦੀ ਹੈ, ਬੀਬੀ ਨਵਜੋਤ ਕੌਰ ਸਿੱਧੂ, ਉਹ ਸਿੱਧੂ ਸਾਹਿਬ ਦੀ ਭਾਸ਼ਾ। ਸਿੱਧੂ ਸਾਹਿਬ ਨੇ ਜੋ ਬੋਲਣਾ ਹੁੰਦਾ ਪਹਿਲਾਂ
ਬੀਬੀ ਜੀ ਨੂੰ ਅੱਗੇ ਰੱਖ ਕੇ ਬੁਲਾਉਂਦੇ ਆ ਤੇ ਫਿਰ ਉਹ ਭਾਵਨਾ ਕੱਲ ਪਰਸੋਂ ਤੱਕ ਨਿਕਲ ਆਊਗੀ, ਨਹੀਂ ਰਿਹਾ ਜਾਣਾ ਉਹਨਾਂ ਦਾ। ਚੰਨੀ ਦੇ ਭਤੀਜੇ ਨੇ ਕਬੂਲਿਆ ਵਾ ਕਿ 10 ਕਰੋੜ ਰੁਪਏ ਕਿੱਥੋਂ ਆਇਆ ਸੀ। ਤੁਸੀਂ ਤਾਂ ਨਾ ਮੈਨੂੰ ਜਿਵੇਂ ਉਹਦਾ ਲੋਕਲ ਗਾਰਡੀਅਨ ਹੀ ਬਣਾਤਾ ਸੀ। ਚੰਨੀ ਦੇ ਭਤੀਜੇ ਨੇ ਕਬੂਲਿਆ ਕਿ 10 ਕਰੋੜ ਕਿੱਥੋਂ ਆਇਆ ਸੀ ਮਾਈਨਿੰਗ ਤੇ ਬਦਲੀਆਂ ਦਾ ਪੈਸਾ ਸੀ, ਉਹਨੇ ਮੰਨਿਆ ਹਣੀ ਨੇ ਅੱਜ ਈਡੀ ਅੱਗੇ। ਭਾਈ ਸਾਹਿਬ ਤੁਸੀਂ ਉਹ ਅੱਜ ਮੰਨਿਆ, ਮੈਂ ਪਹਿਲੇ ਦਿਨ ਦਾ ਰੌਲਾ ਪਾਉਣ ਡਿਆ ਕਿ ਉਹ ਪੈਸੇ ਦੇਖੋ ਮਨੀ ਲੱਭਿਆ, ਪਹਿਲਾਂ ਮਨੀ ਲੱਭਿਆ, ਮਨੀ ਫੜਿਆ ਗਿਆ, ਮਨੀ ਤੋਂ ਹੰਨੀ ਲੱਭਿਆ ਤੇ ਹੰਨੀ ਤੋਂ ਹੁਣ ਚੰਨੀ ਲੱਭਣਾ। ਪੈਸੇ ਦਾ ਚੰਨੀ ਦੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਰੌਲਾ ਚੰਨੀ ਮੰਨੀ ਤੇ ਹੰਨੀ ਦਾ। ਨਵਜੋਤ ਕੌਰ ਇੱਕ ਪਾਸੇ ਕਹਿ ਰਹੀ ਹੈ ਵਿਰੋਧ ਕਰ ਰਹੀ ਹੈ ਉਹਦਾ ਸੀਐਮ ਦਾ, ਦੂਜੇ ਪਾਸੇ ਸਿੱਧੂ ਸਾਹਿਬ ਹੁਣ ਕਹਿ ਰਹੇ ਕਿ ਉਹ ਮੇਰਾ ਭਾਈ ਹੈ ਜੀ, ਮੈਂ ਉਹਦੇ ਬਾਰੇ ਨਹੀਂ ਬੋਲਦਾ, ਮੇਰਾ ਛੋਟਾ ਭਾਈ ਹੈ ਜੀ। ਇਹਨੇ ਗੇੜੇ ਦਵਾ ਦੇਣੇ ਭਾਈ ਭੂਈ ਦੇ, ਇਹਦਾ ਨਾ ਕੋਈ ਭਾਈ ਆ, ਨਾ ਇਹਦੀ ਕੋਈ ਭੈਣ ਆ, ਨਾ ਇਹਦਾ ਪਿਓ ਆ, ਨਾ ਇਹਦੀ ਮਾਂ। ਇਹਨੇ ਕੋਈ ਹੈ ਹੀ ਨਹੀਂ, ਰਿਲੇਸ਼ਨਸ਼ਿਪ ਦਾ ਸਤਿਕਾਰ ਇਹਨੂੰ ਕਰਨਾ ਹੀ ਨਹੀਂ ਆਉਂਦਾ। ਆਪਾਂ ਵੇਖ ਲਿਆ, ਚਲੋ ਗੱਲ ਰੱਬ ਨੂੰ ਸਮਝ ਲਾਸਟ ਸਵਾਲ ਜੀ, ਹੁਣ ਅਗਲੀ ਭਵਿੱਖਬਾਣੀ ਕੀ ਤੁਹਾਡੀ? ਹੁਣ ਤੱਕ ਤੁਸੀਂ ਜੋ ਕਹਿੰਦੇ ਰਹੋ ਸਹੀ ਸ਼ਬਦ ਨਿਕਲੇ। ਦੇਖੋ ਖੜਕਾ ਦੜਕਾ ਹੋਊ, ਰੌਲਾ ਪੈਣਾ, ਪਟਾਕੇ ਪੈਣੇ। ਹੁਣ ਕਦੋਂ ਪੈਂਦੇ ਆ, ਕਿਵੇਂ ਪੈਂਦੇ ਆ, ਤੁਸੀਂ ਹੌਲੀ ਹੌਲੀ ਵੇਖੋ। ਹਲੇ ਆਗੇ ਹੁੰਦਾ ਹੈ ਕਿ ਹਲੇ ਤਾਂ ਪਾਰਟੀ ਸ਼ੁਰੂ ਹੋਈ ਆ। ਚਲੋ ਮੇਰੀ ਇੱਕ ਬੇਨਤੀ ਸੁਣ ਲੈ ਯਾਰ, ਤੂੰ ਬਹੁਤ ਸਵਾਦ ਲੈ। ਦੇਖੋ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੰਜਾਬ ਦੀ ਸੁਰੱਖਿਆ ਉਸ ਬੰਦੇ ਦੇ ਹੱਥ 'ਚ ਦੇਤੀ ਹੈ ਜਿਹੜਾ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ ਸੀ। ਪ੍ਰਧਾਨ ਮੰਤਰੀ ਦੇਖੋ ਤੁਹਾਡਾ ਇੱਕ ਲੋਕਤੰਤਰ ਹੈ, ਡੈਮੋਕ੍ਰੇਸੀ ਹੈ। ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ 130 ਕਰੋੜ ਆਬਾਦੀ ਦਾ ਨੁਮਾਇੰਦਾ, ਹੀ ਇਜ਼ ਦਾ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ, ਚਾਹੇ ਉਹ ਡਾਕਟਰ ਮਨਮੋਹਨ ਸਿੰਘ ਜੀ ਹੋਣ, ਚਾਹੇ ਉਹ ਦੇਵੇ ਗੌੜਾ ਜੀ ਹੋਣ, ਚਾਹੇ ਕਿ ਗੁਜਰਾਲ ਜੀ ਹੋਣ, ਚਾਹੇ ਵਾਜਪਾਈ ਸਾਹਿਬ ਹੋਣ ਤੇ ਅੱਜ ਮੋਦੀ ਸਾਹਿਬ ਹੋਣ। ਸਿਆਸੀ ਵਖਰੇਵੇਂ ਆਪਦੀ ਥਾਂ, ਮਗਰ ਜਿਹੜਾ ਮੁੱਖ ਮੰਤਰੀ ਬਾਰਡਰ ਸਟੇਟ ਪੰਜਾਬ ਦੇ ਨੂੰ ਸਿਕਿਉਰਿਟੀ ਪ੍ਰਾਈਮ ਮਿਨਿਸਟਰ ਦੀ ਨਹੀਂ ਇੰਸ਼ੋਰ ਕਰ ਸਕਦਾ, ਹਾਊ ਇਜ਼ ਹੀ ਗੋਇੰਗ ਟੂ ਇੰਸ਼ੋਰ? ਉਹ ਪੰਜਾਬ ਦੇ ਲੋਕਾਂ ਦੀ ਸੇਫਟੀ ਤੇ ਸਿਕਿਉਰਿਟੀ ਕਿਵੇਂ ਇੰਸ਼ੋਰ ਕਰੂਗਾ? ਮੇਰਾ ਵੱਡਾ ਸਵਾਲ ਔਰ ਬੁਨਿਆਦੀ ਸਵਾਲ ਹੈ। ਜੇ ਪੰਜਾਬ ਇਹ ਬਾਰਡਰ ਸਟੇਟ ਸੁਰੱਖਿਅਤ ਨਹੀਂ ਤੇ ਦੇਸ਼ ਸੁਰੱਖਿਅਤ ਨਹੀਂ। ਇੱਥੇ ਹਮੇਸ਼ਾ ਪਾਕਿਸਤਾਨ ਨੇ ਪੰਜਾਬ 'ਚ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਅਨਾੜੀ ਦੇ ਹੱਥ 'ਚ ਤੁਸੀਂ ਗੱਡੀ ਦਾ ਸਟੀਅਰਿੰਗ ਫੜਾ ਦਿਓ ਤੇ ਗੱਡੀ ਪਲਟੂ। ਬੜੇ ਖਤਰਨਾਕ ਸਿੱਟੇ ਨੇ। ਲੋਕ ਸਿਆਣੇ ਨੇ, ਇਹਨਾਂ ਨੂੰ 10-15 ਤੋਂ ਵੱਧ ਸੀਟਾਂ ਨਹੀਂ ਆਉਂਦੀ ਫੇਰ ਹੀ ਪੰਜਾਬ ਬਚੂ, ਨਹੀਂ ਤਾਂ ਪੰਜਾਬ ਦੀ ਕਮਿਊਨਲ ਹਾਰਮਨੀ, ਭਾਈਚਾਰਕ ਸਾਂਝ ਨੂੰ ਮੈਂ ਖਤਰਾ ਮੰਨਦਾ। ਕਿਉਂਕਿ ਜਿਹੜੇ ਲੋਕ ਇਨਕੰਪੀਟੈਂਟ ਨੇ, ਜਿਨ੍ਹਾਂ ਨੂੰ ਇਹ ਸਮਝ ਨਹੀਂ, ਜਿਨ੍ਹਾਂ ਲਈ ਹਰ ਚੀਜ਼ ਪੋਲਿਟਿਕਸ ਹੈ। ਕਿਉਂਕਿ ਉਸ ਦਿਨ ਕਾਂਗਰਸ ਪਾਰਟੀ ਦਾ ਇਹ ਕਹਿਣਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕਰਕੇ ਹਾਊਸ ਦਾ ਜੋਸ਼, ਇਹ ਬਚਪਨਾ ਹੈ। ਔਰ ਇਹ ਗੱਲ ਕਹਿਣੀ ਕਿ ਪਹਿਲੀ ਗੋਲੀ ਮੈਂ ਖਾਊਂਗਾ, ਭਾਈ ਸਾਰਾ ਡਰਾਮਾ ਤਾਂ ਤੇਰਾ ਰਚਿਆ ਸੀ। ਤੂੰ ਕੀ ਹਾਲਾਤ ਦੰਗੇ ਦੇ ਪੈਦਾ ਕਰਨਾ ਚਾਹੁੰਦਾ ਪੰਜਾਬ 'ਚ? ਇਹ ਰਸਤਾ ਬੜਾ ਡੇਂਜਰਸ ਹੈ ਔਰ ਇਹ ਬੜਾ ਖਤਰਨਾਕ ਹੈ, ਜਿਸ ਤੋਂ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਕਿ ਮਾੜੇ ਤੇ ਅਨਾੜੀ ਲੋਕ ਕੱਲਾ ਪੰਜਾਬ ਦੇ ਖਜ਼ਾਨੇ ਨੂੰ ਨਹੀਂ ਲੁੱਟਣਗੇ, ਉਹ ਤੁਹਾਡੀ ਕੀਮਤੀ ਜਾਨਾਂ ਨੂੰ ਵੀ ਖਤਰੇ 'ਚ ਪਾ ਸਕਦੇ। ਤੁਸੀਂ ਸੁਰੱਖਿਆ ਦੀ ਗੱਲ ਕੀਤੀ, ਇਲੈਕਸ਼ਨ ਕਰਕੇ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ, ਪੈਰਾਮਿਲਟਰੀ ਫੋਰਸ ਡਿਪਲੋਏ ਕੀਤੀ ਗਈ, ਉਹਦੇ ਬਾਵਜੂਦ ਕੱਲ ਦਿਨ ਦਿਹਾੜੇ ਇੱਕ ਬੈਂਕ 'ਚ ਲੁੱਟ ਹੋਈ ਹੈ। ਯਾਰ ਮੈਂ ਤਾਂ ਕਹਿ ਰਿਹਾ ਹਾਂ that Rahul Gandhi's choice is not only corrupt, he is a very incompetent person. He doesn't have the competence to lead a border state like Punjab. I'm saying it categorically and I'm saying it in no uncertain terms. ਦੇਖੋ ਪੰਜਾਬ ਨੂੰ ਜਿੱਥੇ ਪਾਕਿਸਤਾਨ ਹਮੇਸ਼ਾ ਹਾਲਾਤ ਖਰਾਬ ਕਰਨ ਲਈ ਰਹਿੰਦਾ ਹੈ, ਤੁਸੀਂ ਪੰਜਾਬ ਨੂੰ ਮੱਧ ਪ੍ਰਦੇਸ਼ ਨਾਲ ਨਹੀਂ ਕੰਪੇਅਰ ਕਰ ਸਕਦੇ। ਤਜਰਬੇ ਵਾਲਾ ਬੰਦਾ ਜਿਹੜਾ ਭਾਈਚਾਰਕ ਸਾਂਝ, ਅਮਨ ਸ਼ਾਂਤੀ, ਕਾਨੂੰਨ, ਕਮਿਊਨਲ ਹਾਰਮਨੀ ਨੇ ਨਜ਼ਰ ਰੱਖ ਸਕੇ, ਇਕੱਠਾ ਰੱਖ ਸਕੇ ਪੰਜਾਬੀਆਂ ਨੂੰ, ਉਹਨੂੰ ਜ਼ਿੰਮੇਵਾਰੀ ਦੇਣੀ ਬੜੀ ਜ਼ਰੂਰੀ। ਤਾਂ ਲੱਗਦਾ ਇਲੈਕਸ਼ਨ 'ਚ ਵੀ ਕ੍ਰਿਮੀਨਲਸ ਐਕਟਿਵ ਹੋ ਸਕਦੇ ਆ।
yesterday Navjot Singh Sidhu used foul language against you. He called you a driver and many other things. How will you see this? And another thing is, you said there's security on security issues. If you can ask me one question at a time, it's easier for me to answer. So the first question is, so that's what I'm here with the blessings of the God Almighty and the blessings of these people. We all have one agenda, is to teach Mr. Sidhu how to love and respect. Any child born in any house, the first thing the parents teach him is respect to the elders and love to the youngsters. ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ. And we want people don't like his arrogance. He's done no work, and it's only arrogance and hatred, contempt towards communities, towards castes, and towards people, which the loving people of this constituency and Sri Amritsar Sahib, who believe in Sarbat da Pala, who pray for Sarbat da Pala, want to change it. And another question is, you said on security issue, Charanjit Singh Channi is not able to provide a security to Punjab, and even the VVIP you spoken about the Prime Minister also. Something happened the day before yesterday, and he is not able to even his so-called Aula command a security. So I have been saying it since day one. Mr. Channi is a very incompetent person, lacks serious experience, is only playing to the tunes of the Gandhi family, which is very dangerous, as this is a border state. We sit right next to an enemy country that works day in and day out to disturb the communal harmony, and we have seen it. The question is not about Mr. Modi alone. The Honorable Prime Minister of this country is an elected representative of crores and crores of people. Providing him the basic courtesy and safety is the job and the duty of every state, whether it's Dr. Manmohan Singh, whether it's Narendra Modi ji, whether it was Deve Gowda ji, whether it was the late I.K. Gujral Sahib, and somebody who cannot do that, obviously your state is in serious trouble, because there is a past legacy where people have tried to create a Hindu-Sikh divide, and Pakistan has always played with these emotions. And if a person with such serious incompetence is going to choose officers like Siddharth Chattopadhyay, who have serious Supreme Court orders against them about their competence, and a UPSC which doesn't deem them fit to be DGP, but they were selected only to fulfill their political Congress's political agenda, you can well understand where we are heading. And an audio tape goes viral where he's sitting with a proclaimed offender, and the proclaimed offender is getting police transfers done and is talking about recovery of RDX, bombs. Where is this RDX and bombs going to be used? On our people? Who's sending them? Pakistan? What the hell are you doing then? It is serious security threat, and I personally believe if there is an NIA inquiry against Siddharth Chattopadhyay, you will see that in that conspiracy of the Prime Minister's security, Mr. Channi, the Home Minister Mr. Sukhi Randhawa, and the PPCC President Navjot Sidhu had a role to play, as they only want to embarrass opposition parties and derail the democratic process. Thank you. सिद्धू साहब के आले दुआले ना बड़े ਵੱਡੇ ਲਟੇਰੇ ਨੇ, ਔਰ ਜੇ ਮੈਂ ਲਟੇਰਿਆਂ ਦਾ ਨਾਂ ਲੈਣ ਲੱਗਾ ਤੇ ਤੁਸੀਂ ਵੀ ਉਹਨਾਂ ਦੀਆਂ ਬੜੀਆਂ ਸਟੋਰੀਆਂ ਕੀਤੀਆਂ। ਮਾਈਨਿੰਗ ਮਾਫੀਆ ਸਾਰੀ ਨੂੰ ਟਿਕਟਾਂ ਦੇਤੀਆਂ ਕਿ ਨਹੀਂ ਦੇਤੀਆਂ? ਸਾਰੇ ਸ਼ਰਾਬ ਮਾਫੀਆ ਨੂੰ ਟਿਕਟਾਂ ਦੇਤੀਆਂ ਕਿ ਨਹੀਂ ਦੇਤੀਆਂ?
ਤੇ ਤੁਸੀਂ ਕੀ ਸਮਝਦੇ ਹੋ ਟਿਕਟਾਂ ਮੁਫਤ 'ਚ ਚਲੇ ਗਈਆਂ ਇਹਨਾਂ ਨੂੰ? ਔਰ ਜਿਹੜੇ ਇਹਨਾਂ ਨੇ ਆਪਦੇ ਅਫਸਰ ਲਾਏ ਆ, ਇੰਪਰੂਵਮੈਂਟ ਟਰਸਟ ਦਾ ਇਹਨਾਂ ਤੇ ਕਬਜ਼ਾ, ਲੋਕਲ ਬਾਡੀ ਤੇ ਇਹਨਾਂ ਦੇ ਕਬਜ਼ਾ, ਔਰ ਉਹ ਅਫਸਰ ਕੀ ਸਹੀ ਕੰਮ ਕਰ ਰਹੇ ਆ? ਲੋਕਾਂ ਨੂੰ ਪੁੱਛੋ ਕਿ ਕਰਪਸ਼ਨ ਮੁੱਕ ਗਈ ਹੈ? ਚੇਤੇ ਤਾਂ ਸਾਰੇ ਸਿੱਧੂ ਦੇ ਲੱਗੇ ਤੇ ਚੋਰ ਬਾਜ਼ਾਰੀ ਦਾ ਮਾਲ ਜਾ ਕਿੱਥੇ ਰਿਹਾ? ਆ ਇਸੇ ਇਲੈਕਸ਼ਨ ਤੇ ਇਹਨਾਂ ਲੋਕਾਂ ਦੇ ਪੈਸੇ ਇਹਨਾਂ ਲੋਕਾਂ ਦੇ ਖਰਚ ਹੋਣੇ। ਇਸ ਲਈ ਇਹ ਕੌਣ ਦੇਖੋ, ਸੈਲਫ ਸਰਟੀਫਿਕੇਸ਼ਨ ਇੱਕ ਦਫ਼ਤਰ ਦਾ ਕੋਈ ਘਰ ਬਣਾਉਣਾ ਉਹਦੇ ਲਈ ਹੈ। ਇਹ ਸਿੱਧੂ ਸਾਹਿਬ ਸੈਲਫ ਸਰਟੀਫਿਕੇਸ਼ਨ, ਕੈਰੈਕਟਰ ਸਰਟੀਫਿਕੇਸ਼ਨ ਆਪ ਦਾ ਨਹੀਂ ਦੇ ਸਕਦੇ। ਜਦੋਂ ਬੱਚਾ ਸਕੂਲ ਤੋਂ ਪਾਸ ਹੁੰਦਾ ਨਾ, ਉਹਦਾ ਕੈਰੈਕਟਰ ਸਰਟੀਫਿਕੇਟ ਉਹਦਾ ਪ੍ਰਿੰਸੀਪਲ ਸਾਈਨ ਕਰਦਾ। ਇੱਥੇ ਸਿੱਧੂ ਸਾਹਿਬ ਆਪ ਦਾ ਰੋਜ਼ ਹੀ ਕੈਰੈਕਟਰ ਸਰਟੀਫਿਕੇਟ ਕੱਢੀ ਜਾਂਦੇ। ਇਸ ਲਈ ਉਹਨਾਂ ਨੇ ਕੀ ਥੋੜੀ ਕਹਿ ਦੇਣਾ। ਇਹ ਇਸ਼ਾਰਾ ਕਰ ਰਹੇ ਆ ਕਿ ਉਹ ਚੰਨੀ ਤੋਂ ਪ੍ਰੋਫੈਸ਼ਨ ਵੱਲ ਵਾਪਸ ਜਾਣਗੇ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ, ਕਿਉਂਕਿ ਉਹ ਕਹਿੰਦੇ ਲੱਖਾਂ ਕਮਾਈ ਸੀਗੀ, ਹਜ਼ਾਰਾਂ ਰਹਿ ਜਾਂ ਇਸ਼ਾਰਾ ਕਰ ਰਹੇ ਕਿ ਚੰਨੀ ਉਹਨਾਂ ਤੋਂ ਜ਼ਿਆਦਾ ਮਿਲ ਦੇਖੋ ਇਹਦੀ ਤਾਂ ਜਾਂਚ ਹੋਣੀ ਚਾਹੀਦੀ, ਕਿਹੜਾ ਜ਼ਿਆਦਾ ਮਿਲਦਾ, ਸਮਾਂ ਦੱਸੂਗਾ। ਇਹ ਦੋਵੇਂ ਅਮੀਰ ਲੋਕਾਂ ਦੀ ਅਸੀਂ ਤੇ ਅਸੀਂ ਫੇਰਤੀ। ਥੈਂਕ ਯੂ।